नमस्कार, खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੋਲਕਾਤਾ ਵਿੱਚ ਸਵਦੇਸ਼ੀ ਜੰਗੀ ਬੇੜੇ INS ਵਿੰਧਿਆਗਿਰੀ ਨੂੰ ਪਾਣੀ ਵਿੱਚ ਉਤਾਰਿਆ। इसरो ने अज चंद्रयान 3 ਦੇ ਲੈਂਡਰ ਨੂੰ ਵਾਨ ਦੇ ਪ੍ਰੋਪਲਸ਼ਨ ਮੋਡਿਊਲ ਨਾਲੋਂ ਅੱਡ ਕਰਨ ਵਿੱਚ ਸਫਲਤਾ ਹਾਸਲ ਕੀਤੀ। ਕੇਂਦਰ ਸਰਕਾਰ ਨੇ ਵਰਤੋਂਕਾਰਾਂ ਦੀ ਸੁਰੱਖਿਆ ਲਈ ਸਾਈਬਰ ਅਪਰਾਧ ਰੋਕਥਾਮ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ। ਮੋਬਾਈਲ ਸਿਮ ਵੇਚਣ ਵਾਲੇ ਡੀਲਰਾਂ ਲਈ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਲਾਜ਼ਮੀ। पंजाब सरकार ने 1200 मैगावाट सौर ऊर्जा ਲਈ सतलुज जल विद्युत निगम नाल कीता समझौता। ਤੇ ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਕੋਲਕਾਤਾ ਦੇ ਖਿਦਰਪੁਰ ਵਿੱਚ ਹੁਗਲੀ ਨਦੀ ਦੇ ਕੰਢੇ ਤੇ ਗਾਰਡਨ ਰਿਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਲਿਮਿਟਿਡ ਸ਼ਿਪ ਬਿਲਡਿੰਗ ਸੈਂਟਰ ਵਿੱਚ ਨਵੀਂ ਬਣੀ ਸਵਦੇਸ਼ੀ ਜੰਗੀ ਬੇੜੇ INS ਵਿੰਧਿਆਗਿਰੀ ਨੂੰ ਪਾਣੀ ਵਿੱਚ ਉਤਾਰਿਆ। ਐਡਵਾਂਸ ਸਟੀਲਡ ਫ੍ਰਿਗੇਟ INS ਵਿੰਧਿਆਗਿਰੀ ਪ੍ਰੋਜੈਕਟ 17A ਫ੍ਰਿਗੇਟ ਦਾ 6ਵਾਂ ਜੰਗੀ ਬੇੜਾ ਹੈ। ਇਸ ਅਤ ਆਧੁਨਿਕ ਜੰਗੀ ਬੇੜੇ ਨੂੰ ਨਵੀਨਤਮ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ ISRO ਨੇ ਅੱਜ ਚੰਦਰਯਾਨ 3 ਦੇ ਲੈਂਡਰ ਨੂੰ ਵਾਨ ਦੇ ਪ੍ਰੋਪਲਸ਼ਨ ਮੋਡਿਊਲ ਤੋਂ ਅਲੱਗ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਅਲੱਗ ਹੋਣ ਤੋਂ ਬਾਅਦ ਲੈਂਡਰ ਚੰਦਰਮਾ ਦੀ ਸਤ੍ਹਾ ਤੱਕ ਬਾਕੀ ਦੀ ਯਾਤਰਾ ਸੁਤੰਤਰ ਰੂਪ ਨਾਲ ਕਰੇਗਾ। ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦੇ 23 ਅਗਸਤ ਨੂੰ ਚੰਦਰਮਾ ਤੇ ਉਤਰਨ ਦੀ ਸੰਭਾਵਨਾ ਹੈ। ਪ੍ਰੋਪਲਸ਼ਨ ਮੋਡਿਊਲ ਤੋਂ ਲੈਂਡਰ ਮੋਡਿਊਲ ਦਾ ਅਲੱਗ ਹੋਣਾ ਸੌਫਟ ਲੈਂਡਿੰਗ ਤੋਂ ਪਹਿਲਾਂ ਦੀ ਪ੍ਰਕਿਰਿਆ ਦੇ ਪੂਰਾ ਹੋਣ ਦਾ ਪ੍ਰਤੀਕ ਹੈ। ਚੰਦਰਯਾਨ 3 ਮਿਸ਼ਨ ਦਾ ਮੁੱਖ ਮੰਤਵ ਸੁਰੱਖਿਅਤ ਅਤੇ ਸੌਫਟ ਲੈਂਡਿੰਗ, ਚੰਦਰਮਾ ਦੀ ਸਤ੍ਹਾ ਤੇ ਰੋਵਰ ਦਾ ਘੁੰਮਣਾ ਅਤੇ ਵਿਗਿਆਨਕ ਪ੍ਰਯੋਗਾਂ ਦਾ ਪ੍ਰਦਰਸ਼ਨ ਕਰਨਾ ਹੈ। ਚੰਦਰਮਾ ਦੀ ਸਤ੍ਹਾ ਤੇ ਇਹਨਾਂ ਪ੍ਰਯੋਗਾਂ ਲਈ ਲੈਂਡਰ ਅਤੇ ਰੋਵਰ ਵਿਗਿਆਨਕ ਪੇਲੋਡ ਨਾਲ ਲੈਸ ਨੇ। ਭਾਰਤ ਦੇ ਮਹੱਤਵਪੂਰਨ ਚੰਦਰਯਾਨ 3 ਨੇ ਕੱਲ੍ਹ ਚੰਦਰਮਾ ਦੇ ਪੰਨ ਦਾ ਆਪਣਾ 5ਵਾਂ ਅਤੇ ਆਖਰੀ ਪੜਾਅ ਸਫਲਤਾਪੂਰਵਕ ਪੂਰਾ ਕਰ ਲਿਆ। 14 ਜੁਲਾਈ ਨੂੰ ਲਾਂਚ ਕੀਤੇ ਗਏ ਚੰਦਰਯਾਨ 3 ਵਿੱਚ ਇੱਕ ਲੈਂਡਰ ਮੋਡਿਊਲ, ਇੱਕ ਪ੍ਰੋਪਲਸ਼ਨ ਮੋਡਿਊਲ ਅਤੇ ਇੱਕ ਰੋਵਰ ਸ਼ਾਮਲ ਹੈ। ਪੁਲਾੜ ਵਾਹਨ ਨੇ 5 ਅਗਸਤ ਨੂੰ ਚੰਦਰਮਾ ਦੇ ਪੰਨ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕੀਤਾ ਸੀ। ਕੇਂਦਰੀ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਰਕਾਰ ਵੱਲੋਂ ਸਾਈਬਰ ਅਪਰਾਧਾਂ ਦੇ ਨਕੇਲ ਕੱਸਣ ਲਈ ਲਾਂਚ ਕੀਤੇ ਗਏ ਸੰਚਾਰ ਸਾਥੀ ਐਪ ਰਾਹੀਂ ਹੋਏ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਐਪ ਦੇ ਆਉਣ ਤੋਂ ਬਾਅਦ 3 ਲੱਖ ਤੋਂ ਵੱਧ ਗੁਆਚੇ ਮੋਬਾਈਲ ਫੋਨਾਂ ਦਾ ਪਤਾ ਲਗਾਇਆ ਗਿਆ। एक्चुअल अभी तक डेटा निकलेगा, बहुत कम पीरियड निकला है ये, लेकिन 1 साल के बाद में एक्चुअल डेटा जब आएगा तब आप देखेंगे कि साइबर फ्रॉड्स की संख्या में एक तरीके से कंट्रोल आएगा। ਅਸ਼ਵਨੀ ਵੈਸ਼ਨਵ ਨੇ ਵਰਤੋਂਕਾਰਾਂ ਦੀ ਸੁਰੱਖਿਆ ਲਈ ਸਾਈਬਰ ਅਪਰਾਧ ਰੋਕਣ ਲਈ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹਨਾਂ ਤਬਦੀਲੀਆਂ ਤਹਿਤ ਮੋਬਾਈਲ ਸਿਮ ਵੇਚਣ ਵਾਲੇ ਡੀਲਰਾਂ ਦੇ ਲਈ ਪੁਲਿਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਕੀਤਾ ਜਾਵੇਗਾ। कि बहुत बड़ी कॉम्प्लिसिटी है डीलर की, जो पॉइंट ऑफ सेल होता है, जो सिम बेचता है, उसकी बहुत बड़ी कॉम्प्लिसिटी होती है। वो एक्चुअल जितना चेक करना चाहिए, जो कानून के हिसाब से जो वेरिफिकेशन एक्चुअल में करना चाहिए, वो वेरिफिकेशन नहीं करते हैं। किसी न किसी तरीके से उस वेरिफिकेशन प्रोसेस को शॉर्ट सर्किट करके सिम बेचने में उनका फोकस रहता है। तो इसको कंट्रोल में करने के लिए पुलिस वेरिफिकेशन मैंडेटरी कर रहे हैं। जो भी डीलर बनेगा उसका वेरिफिकेशन, बायोमेट्रिक वेरिफिकेशन और पुलिस वेरिफिकेशन मैंडेटरी कर रहे हैं। ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਨਵੇਂ ਨਿਯਮਾਂ ਤਹਿਤ ਇੱਕੋ ਸਮੇਂ ਵੱਡੀ ਗਿਣਤੀ ਵਿੱਚ ਸਿਮ ਖਰੀਦਣ ਨੂੰ ਵੀ ਸਰਕਾਰ ਵੱਲੋਂ ਰੈਗੂਲੇਟ ਕੀਤਾ ਜਾਵੇਗਾ। दूसरा बड़ा रिफॉर्म है कि बहुत सारे लोग बल्क में, जितने भी बल्क कनेक्शन से उनका एनालिसिस हुआ है, फील्ड में जाके वेरिफिकेशन हुआ है, अच्छी डिटेल्ड एविडेंस, अच्छे से डिटेल स्टडी करने के बाद में ये तय किया गया है
विश्व ਸਿਹਤ ਸੰਗਠਨ WHO ਦੀ ਰਵਾਇਤੀ ਦਵਾਈ ਤੇ ਪਹਿਲੀ ਗਲੋਬਲ ਕਾਨਫਰੰਸ ਗੁਜਰਾਤ ਵਿੱਚ ਜਾਰੀ ਹੈ। ਉਦਘਾਟਨੀ ਸੈਸ਼ਨ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਿਖਰ ਸੰਮੇਲਨ ਰਵਾਇਤੀ ਮੈਡੀਕਲ ਪ੍ਰਣਾਲੀ ਦੇ ਏਜੰਡੇ ਨੂੰ ਅੱਗੇ ਵਧਾਏਗਾ। ਡਾਕਟਰ ਮਾਂਡਵੀਆ ਨੇ ਕਿਹਾ ਕਿ ਇਸ ਸੰਮੇਲਨ ਦੁਨੀਆ ਭਰ ਵਿੱਚ ਰਵਾਇਤੀ ਦਵਾਈ ਪ੍ਰਣਾਲੀ ਨੂੰ ਪ੍ਰੋਤਸਾਹਿਤ ਕਰਨ ਲਈ ਗੱਲਬਾਤ ਵਿੱਚ ਸ਼ਾਮਲ ਹੋਣ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਅਤੇ ਕੌਮਾਂਤਰੀ ਭਾਈਵਾਲੀ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਵਿਰਾਸਤੀ ਮੈਡੀਕਲ ਪ੍ਰਣਾਲੀ ਨੇ ਕਈ ਸਦੀਆਂ ਤੋਂ ਵਿਅਕਤੀਗਤ ਅਤੇ ਸਮੂਹਿਕ ਪੱਧਰ ਤੇ ਸਿਹਤ ਨੂੰ ਪ੍ਰੋਤਸਾਹਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। Global Summit will provide a unique opportunity for us to engage in dialogue, exchange of ideas, foster collaboration and establish international partnership to advance the agenda of traditional medicine and to work together toward promoting and leveraging the potential of traditional healthier practices worldwide. ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਵਿਰਾਸਤੀ ਮੈਡੀਕਲ ਪ੍ਰਣਾਲੀ ਸਾਡੀ ਸਾਂਝੀ ਵਿਰਾਸਤ ਅਤੇ ਗਿਆਨ ਦਾ ਪ੍ਰਤੀਕ ਹੈ। ਇਹ ਆਧੁਨਿਕ ਮੈਡੀਕਲ ਤਰੀਕਿਆਂ ਨੂੰ ਪੂਰਾ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮਹਾਨਿਦੇਸ਼ਕ ਟ੍ਰੇਡੋਸ ਆਦਨੋਵ ਕੇਬਰੇਸੀਅਸ ਨੇ ਕਿਹਾ ਕਿ ਸਿਖਰ ਸੰਮੇਲਨ ਪ੍ਰਾਚੀਨ ਵਿਰਾਸਤੀ ਮੈਡੀਕਲ ਪ੍ਰਣਾਲੀ ਨੂੰ ਉਜਾਗਰ ਕਰਨ ਅਤੇ ਮੌਜੂਦਾ ਸਮੇਂ ਵਿੱਚ ਉਸ ਦੀ ਸਮਝ ਅਤੇ ਉਪਯੋਗ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਰਾਸ਼ਟਰੀ ਸਿਹਤ ਪ੍ਰਣਾਲੀਆਂ 'ਚ ਵਿਰਾਸਤੀ ਦਵਾਈਆਂ ਨੂੰ ਏਕੀਕ੍ਰਿਤ ਕਰਨ ਲਈ ਵਚਨਬੱਧ ਹੋਣ ਦੀ ਅਪੀਲ ਕੀਤੀ। ਗਾਂਧੀਨਗਰ ਵਿੱਚ ਵਨ ਅਰਥ ਵਨ ਹੈਲਥ ਐਡਵਾਂਟੇਜ ਹੈਲਥ ਕੇਅਰ ਇੰਡੀਆ ਪ੍ਰੋਗਰਾਮ ਦੌਰਾਨ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਐਡਵਾਂਟੇਜ ਹੈਲਥ ਕੇਅਰ ਪੋਰਟਲ ਲਾਂਚ ਕੀਤਾ ਹੈ। ਇਹ ਪੋਰਟਲ ਭਾਰਤ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੱਲਾਸ਼ੇਰੀ ਦੇਵੇਗਾ। ਲੋਕਾਂ ਨੂੰ ਇੱਕ ਕਲਿੱਕ ਤੇ ਵਨ ਸਟਾਪ ਸੋਲਿਊਸ਼ਨ ਮਿਲੇਗਾ। ਸਾਰੇ ਸਰਕਾਰੀ ਹਸਪਤਾਲ ਇੱਕ ਮੰਚ ਤੇ ਆ ਜਾਣਗੇ। ਸਾਰੇ ਹਸਪਤਾਲਾਂ ਦੇ ਡਾਕਟਰ, ਬੈੱਡ, ਰਹਿਣ ਦੀ ਜਗ੍ਹਾ, ਇਲਾਜ ਦੇ ਖਰਚੇ ਵਰਗੀਆਂ ਸਾਰੀਆਂ ਜਾਣਕਾਰੀਆਂ ਇਸੇ ਪੋਰਟਲ ਤੇ ਹੋਣਗੀਆਂ। 4 दिन तक चलन वाला यूथ 20 सम्मेलन आज तो उत्तर प्रदेश के वाराणसी में शुरू हो गया है। भारत की G20 प्रधानगी हेठ इस सम्मेलन युवा मामलों ते खेड मंत्रालय वालों आयोजित किया गया है, जिसका रस्मी उद्घाटन भलके किया जाएगा। उत्तर प्रदेश के मुख्यमंत्री योगी आदित्यनाथ और युवा मामलों ते खेड मंत्री अनुराग सिंह ठाकुर भी इस सम्मेलन में शामिल होंगे। इस G20 देशों, मेहमान देशों ते कौमांतरी संगठनों के 125 डेलीगेट हिस्सा ले रहे हैं। मीटिंग के पहले दिन अज डेलीगेटां नूं भारतीय तकनीकी संस्थान और बनारस हिंदू यूनीवर्सिटी ले जाया गया। डेलीगेटां ने संस्थान के सुपर कंप्यूटिंग केंद्र प्रिसीजन इंजीनियरिंग सेंटर का दौरा किया। सिखर सम्मेलन में हिस्सा लैण वाले डेलीगेट U20 के 5 मुख विषयां ते चर्चा करनगे। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ यानी NHAI ने ਪੁਲਾਂ ਤੇ ਹੋਰਨਾਂ ਪ੍ਰੋਜੈਕਟਾਂ ਦੇ ਆਕਾਰ, ਪ੍ਰਕਾਰ ਅਤੇ ਨਿਰਮਾਣ ਦੀ ਸਮੀਖਿਆ ਕਰਨ ਲਈ ਡਿਜ਼ਾਈਨ ਵਿਭਾਗ ਦਾ ਗਠਨ ਕੀਤਾ ਹੈ। ਇਹ ਵਿਭਾਗ ਦੇਸ਼ ਭਰ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਪੁਲਾਂ, ਢਾਂਚਿਆਂ ਤੇ ਸੁਰੰਗਾਂ ਦੀ ਯੋਜਨਾ, ਡਿਜ਼ਾਈਨ, ਉਸਾਰੀ ਅਤੇ ਰੱਖ-ਰਖਾਅ ਦੇ ਲਈ ਨੀਤੀ ਅਤੇ ਦਿਸ਼ਾ ਨਿਰਦੇਸ਼ ਤਿਆਰ ਕਰੇਗਾ। ਨਾਲ ਹੀ ਇਹ ਵਿਭਾਗ ਪੁਲਾਂ ਦੀ ਉਸਾਰੀ, ਸਥਿਤੀ ਸਰਵੇਖਣ ਅਤੇ ਪੁਰਾਣੀ ਖਸਤਾ ਹਾਲ ਪੁਲਾਂ ਦੇ ਨਿਰਮਾਣ ਲਈ ਪ੍ਰੋਜੈਕਟ ਵੀ ਤਿਆਰ ਕਰੇਗਾ। ਇਸ ਤੋਂ ਇਲਾਵਾ ਪੁਲਾਂ, ਸੁਰੰਗਾਂ ਬਾਰੇ ਜਾਣਕਾਰੀ, ਡਰਾਇੰਗ ਅਤੇ ਮਾੜੀ ਹਾਲਤ ਵਾਲੇ ਪੁਲਾਂ ਦੀ ਪਛਾਣ ਲਈ ਡਿਜ਼ਾਈਨਿੰਗ ਵਿਭਾਗ ਵੱਲੋਂ ਇੱਕ IT ਆਧਾਰਿਤ ਨਿਗਰਾਨੀ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ ਅਤੇ ਉਹਨਾਂ ਦੀ ਮੁਰੰਮਤ ਅਤੇ ਉਸਾਰੀ ਲਈ ਇੱਕ ਸਾਲਾਨਾ ਯੋਜਨਾ ਦੀ ਵੀ ਤਜਵੀਜ਼ ਕੀਤੀ ਜਾਵੇਗੀ। ਭਾਰਤੀ ਸਟੇਟ ਬੈਂਕ ਚਾਲੂ ਵਿੱਤੀ ਸਾਲ ਵਿੱਚ ਦੇਸ਼ ਭਰ ਵਿੱਚ 300 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਬੈਂਕ ਦੀਆਂ 22,405 ਸ਼ਾਖਾਵਾਂ ਨੇ। ਬੈਂਕ ਦੀਆਂ ਵਿਦੇਸ਼ਾਂ ਵਿੱਚ 235 ਸ਼ਾਖਾਵਾਂ ਅਤੇ ਦਫ਼ਤਰ ਕੰਮ ਕਰ ਰਹੇ ਨੇ। ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 16,484 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਬੈਂਕ ਦਾ ਮੁਨਾਫਾ 6,068 ਕਰੋੜ ਰੁਪਏ ਸੀ। ਪੰਜਾਬ ਸਰਕਾਰ ਵੱਲੋਂ ਸਭ ਤੋਂ ਸਸਤੀ ਸੌਰ ਊਰਜਾ ਲਈ ਸਤਲੁਜ ਜਲ ਵਿਦਯੁਤ ਨਿਗਮ ਨਾਲ ਸਮਝੌਤਾ ਕੀਤਾ ਗਿਆ ਹੈ। ਰਾਜ ਦੀ ਬਿਜਲੀ ਸਪਲਾਈ ਦੀਆਂ ਭਵਿੱਖੀ ਲੋੜਾਂ ਦੀ ਪੂਰਤੀ ਕਰਨ ਅਤੇ ਸਾਫ਼ ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੰਟਰੋਲ ਵਾਲੀ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਦੀ ਕੰਪਨੀ ਸਤਲੁਜ ਜਲ ਵਿਦਯੁਤ ਨਿਗਮ ਨਾਲ 1200 ਮੈਗਾਵਾਟ ਸਪਲਾਈ ਲਈ ਬਿਜਲੀ ਖਰੀਦ ਸਮਝੌਤੇ ਤੇ ਦਸਤਖਤ ਕੀਤੇ ਨੇ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਮਝੌਤੇ ਲਈ ਪਹਿਲੀ ਵਾਰ ਮੁਕਾਬਲੇ ਦੀ ਬੋਲੀ ਲਈ ਸਵਿਸ ਚੈਲੰਜ ਵਿਧੀ ਲਾਗੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਟਰਾਂਸਮਿਸ਼ਨ ਖਰਚੇ ਟਾਲਣ ਲਈ ਇਹ ਪ੍ਰੋਜੈਕਟ ਜਲਦੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿਜਲੀ ਦੀ ਬੈਂਕਿੰਗ ਲਈ ਨੀਤੀ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਖਰੀਦ ਸਮਝੌਤੇ ਦੀਆਂ ਦਰਾਂ ਵਿੱਚ ਅਗਲੇ 25 ਸਾਲਾਂ ਤੱਕ ਕੋਈ ਵਾਧਾ ਨਹੀਂ ਹੋਵੇਗਾ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਟਰਨ ਇਨ ਚੀਫ ਜਸਟਿਸ ਰਵੀ ਸ਼ੰਕਰ ਝਾਅ ਨੇ ਅੱਜ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਦਫ਼ਤਰਾਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜਸਟਿਸ ਅਰੁਣ ਪੱਲੀ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਵੀ ਹਾਜ਼ਰ ਸਨ। ਇਸ ਮੌਕੇ ਜਸਟਿਸ ਸੰਧਾਵਾਲੀਆ ਨੇ ਜ਼ਿਲ੍ਹਾ ਜੱਜਾਂ, ਸਕੱਤਰਾਂ ਅਤੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਉਹਨਾਂ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਗ੍ਰਿਫਤਾਰੀ ਤੋਂ ਪਹਿਲਾਂ, ਗ੍ਰਿਫਤਾਰੀ ਮੌਕੇ, ਰਿਮਾਂਡ ਅਤੇ ਅਪਰਾਧਿਕ ਮਾਮਲਿਆਂ ਵਿੱਚ ਕਾਨੂੰਨੀ ਸਹਾਇਤਾ ਲਈ ਯੋਗ ਹੁੰਦੇ ਨੇ। ਉਨ੍ਹਾਂ ਅੱਗੇ ਦੱਸਿਆ ਕਿ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਤਹਿਤ ਚੁਣੇ ਗਏ ਵਕੀਲ ਆਪਣੀ ਨਿੱਜੀ ਪ੍ਰੈਕਟਿਸ ਨਹੀਂ ਕਰ ਸਕਦੇ ਅਤੇ ਉਹ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਨੂੰ ਸਮੇਂ ਸਿਰ ਅਤੇ ਸਹੀ ਸਲਾਹ ਲਈ ਜ਼ਿੰਮੇਵਾਰ ਤੇ ਜਵਾਬਦੇਹ ਹੋਣਗੇ। ਸੂਬੇ ਦੇ ਇਨ੍ਹਾਂ 14 ਜ਼ਿਲ੍ਹਿਆਂ ਵਿੱਚ ਲੋੜ ਮੁਤਾਬਿਕ ਪ੍ਰੋਜੈਕਟ ਤਹਿਤ ਕੁੱਲ 86 ਸਲਾਹਕਾਰ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੀਤੇ ਕੱਲ੍ਹ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਕਈ ਲੋਕ ਪੱਖੀ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਵੀ ਸ਼ਾਮਲ ਹੈ। ਇਸ ਯੋਜਨਾ ਦਾ ਐਲਾਨ ਸਵਰਨਕਾਰਾਂ, ਸ਼ਿਲਪਕਾਰਾਂ, ਵਿਸ਼ਵਕਰਮਾ ਸਮਾਜ ਸਣੇ ਦਿਹਾਤੀ ਅਰਥਚਾਰੇ ਵਿੱਚ ਅਹਿਮ ਥਾਂ ਰੱਖਣ ਵਾਲੇ ਭਾਈਚਾਰੇ ਲੋਹਾਰ, ਕੁਮਾਰ, ਰਾਜ ਮਿਸਤਰੀ, ਧੋਬੀ, ਮੂਰਤੀਕਾਰ ਆਦਿ ਵਾਸਤੇ ਕੀਤਾ ਗਿਆ ਹੈ। ਵਿਸ਼ਵਕਰਮਾ ਸਮਾਜ ਨੂੰ ਸਰਕਾਰ ਵੱਲੋਂ ਸਾਲਾਨਾ 5% ਵਿਆਜ ਦਰ ਤੇ ਸਸਤਾ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਪਠਾਨਕੋਟ ਦੇ ਸਵਰਨਕਾਰਾਂ ਨੇ ਸਵਾਗਤ ਕੀਤਾ ਤੇ ਕਿਹਾ ਕਿ ਇਸ ਨਾਲ ਉਹਨਾਂ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਮਿਲਣ ਅਤੇ ਪ੍ਰੋਤਸਾਹਨ ਮਿਲਣ ਦੀ ਆਸ ਹੈ। ਇਸ ਲਈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਪਠਾਨਕੋਟ ਦੇ ਅਜੇ ਬੱਬਰ, ਅਸ਼ੋਕ ਵਰਮਾ, ਸੰਦੀਪ ਵਰਮਾ ਤੇ ਮਹਿੰਦਰ ਬੱਗਾ ਅਤੇ ਕਈ ਹੋਰ ਲੋਕਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਵਰਨਕਾਰਾਂ ਸਣੇ ਪੂਰੇ ਵਿਸ਼ਵਕਰਮਾ ਸਮਾਜ ਦੀ ਤਰੱਕੀ ਲਈ ਇੱਕ ਚੰਗਾ ਕਦਮ ਚੁੱਕਿਆ ਹੈ। ਪਹਿਲੀ ਵਾਰੀ ਕੋਈ ਐਸੀ ਸਰਕਾਰ ਆਈ ਹੈ ਜਿਹਨੇ ਕੋਈ ਸਾਡੇ ਸੁਨਿਆਰੇ ਭਰਾਵਾਂ ਵਾਸਤੇ ਇੱਕ ਉਪਰਾਲਾ ਕੀਤਾ ਔਰ ਬਹੁਤ ਅੱਛਾ ਉਪਰਾਲਾ ਹੈ, ਜਿਹਦੇ ਨਾਲ ਸਾਡੇ ਕਾਰੀਗਰ ਭਰਾਵਾਂ ਦੀ ਬੜੀ ਮਦਦ ਕੀਤੀ ਜਾ ਸਕੇਗੀ। ਇਸ ਸਕੀਮ ਦੇ ਅੰਡਰ ਉਹਨਾਂ ਨੇ ਇੱਕ ਐਲਾਨ ਕੀਤਾ ਕਿ ਸਾਡੇ ਕਾਰੀਗਰ ਭਰਾਵਾਂ ਨੂੰ ਬਹੁਤ ਹੀ ਘੱਟ ਵਿਆਜ ਤੇ ਲੋਨ ਉਪਲਬਧ ਕਰਾਇਆ ਜਾਏਗਾ, ਜਿਹਦੇ ਨਾਲ ਜਿਹੜੇ ਸਾਡੇ ਛੋਟੇ ਕਾਰੀਗਰ ਭਰਾ ਹੈਗੇ ਉਹ ਅੱਜ ਦੇ ਟਾਈਮ ਤੇ ਜਿਹੜੇ ਨਵੀਨ ਉਪਕਰਨ ਚੱਲ ਰਹੇ ਉਹ ਲੋਨ ਲੈ ਕੇ ਉਹ ਨਵੇਂ ਉਪਕਰਨ ਲਗਾ ਕੇ ਆਪਣੇ ਕੰਮ ਨੂੰ ਹੋਰ ਅੱਗੇ ਵਧਾ ਸਕਦੇ। ਮੈਂ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਜੀ ਦਾ ਕਿ ਉਹਨਾਂ ਨੂੰ ਇਹ ਜਿਹੜੀਆਂ ਪਿਛੜੀਆਂ ਹੋਈਆਂ ਜਾਤੀਆਂ, ਸ਼ਿਲਪਕਾਰ ਨੇ, ਜਿਹੜੇ ਕੰਮ ਕਰਦੇ ਨੇ ਹੱਥੀਂ, ਉਹਨਾਂ ਨੂੰ ਬਹੁਤ ਸਾਰਾ ਪ੍ਰੋਤਸਾਹਨ ਮਿਲੇਗਾ ਤੇ ਆਉਣ ਵਾਲੇ ਭਾਰਤ ਨੂੰ ਉਜਵਲ ਬਣਾਉਣ ਲਈ ਇਹਨਾਂ ਦਾ ਮੇਨ ਹੱਥ ਹੁੰਦਾ ਤੇ ਇਹਦੇ ਨਾਲ ਹੋਰ ਉਹ ਜ਼ਿਆਦਾ ਮਨ ਲਗਾ ਕੇ ਕੰਮ ਕਰਨਗੇ। ਜਿਹੜਾ ਸਾਡਾ ਉਪਰਾਲਾ ਹੈਗਾ ਮੇਕ ਇਨ ਇੰਡੀਆ, ਸਾਡੇ ਆਪਣਾ ਇੰਡੀਆ ਨੂੰ ਸ਼ਾਈਨ ਕਰਨ ਦਾ ਪੂਰੇ ਵਰਲਡ ਦੇ ਵਿੱਚ, ਉਸ ਦੇ ਵਿੱਚ ਉਹ ਬਹੁਤ ਹੀ ਵੱਡਾ ਇੱਕ ਆਪਣਾ ਕਹਿੰਦੇ ਯੋਗਦਾਨ ਦੇਣਗੇ। ਸਾਡੇ ਆਸ-ਪਾਸ ਬਹੁਤ ਸਾਰੇ ਐਸੇ ਸ਼ਿਲਪਕਾਰ ਹੈਗੇ ਨੇ ਜਿਹੜਾ ਆਪਣਾ ਕਹਿੰਦੇ ਪੂਰੇ ਸਾਡੇ ਵਰਲਡ ਵਾਈਡ ਅੱਜ ਦੇ ਨਹੀਂ ਕਈ ਹਜ਼ਾਰਾਂ ਸਾਲਾਂ ਦੇ ਉੱਤੇ ਸਾਡੇ ਇੱਥੋਂ ਦੀ ਆਪਣਾ ਮਾਲ ਐਕਸਪੋਰਟ ਹੁੰਦਾ ਆਇਆ ਹੈ। ਉਸ ਆਪਣਾ ਮਾਲ ਨੂੰ ਅੱਗੇ ਵੀ ਇਸੇ ਤਰ੍ਹਾਂ ਚੱਲਦੇ ਰਹਿਣਾ ਤੇ ਸਾਡੀ ਫਿਰ ਆਪਣਾ ਕਹਿੰਦੇ ਹਿੰਦੁਸਤਾਨ ਨੂੰ ਸੁਨਹਿਰੀ ਚਿੜੀਆ ਬਣਾਉਣ ਦਾ ਇੱਕ ਜਿਹੜਾ ਆਪਣਾ ਉਪਰਾਲਾ ਹੈ, ਉਹਦੇ ਵਾਸਤੇ ਮੈਂ ਆਪਣਾ ਆਦਰਨੀय ਸ਼੍ਰੀ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ। ਉਧਰ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਅਤੇ ਲੋਕਾਂ ਤੱਕ ਸਿਹਤ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ। ਕੁਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਟੀਮਾਂ ਨੂੰ ਅਲਰਟ ਰਹਿਣ ਲਈ ਵੀ ਕਿਹਾ ਗਿਆ ਹੈ ਅਤੇ ਮੋਬਾਈਲ ਵੈਨ ਰਾਹੀਂ ਡਾਕਟਰਾਂ ਦੀ ਟੀਮ ਲਗਾਤਾਰ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਜਾਂਚ ਕਰ ਰਹੀ ਹੈ। ਮੁਫਤ ਦਵਾਈਆਂ ਅਤੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਨੇ, ਜਿਸ ਬਾਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਹੜ੍ਹ ਪ੍ਰਭਾਵਿਤ ਪਿੰਡ ਗੁਲਾਬ ਪਾਣੀ, ਰੇਤੇ ਵਾਲੀ ਪਾਣੀ ਅਤੇ ਮਹਾਤਮ ਨਗਰ ਦਾ ਦੌਰਾ ਕਰਨ ਮਗਰੋਂ ਦਿੱਤੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੰਬੰਧੀ ਮੁਸ਼ਕਲਾਂ ਨਾਲ ਨਜਿੱਠਣ ਲਈ ਪਿੰਡ ਮਹਾਤਮ ਨਗਰ ਵਿੱਚ ਬਣਾਏ ਗਏ ਕੰਟਰੋਲ ਰੂਮ ਵਿਖੇ ਰੈਪਿਡ ਰਿਸਪਾਂਸ ਮੈਡੀਕਲ ਟੀਮਾਂ ਤੇ ਰਿਲੀਫ ਕੈਂਪ ਅਤੇ ਪਿੰਡ ਹਸਤਾ ਕਲਾਂ ਵਿੱਚ ਵਿਸ਼ੇਸ਼ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ। ਹੜ੍ਹਾਂ ਦੇ ਹਾਲਾਤ ਕਾਰਨ ਕਈ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਵਿੱਚ ਬਣਿਆ ਹੋਇਆ ਹੈ, ਜਿਸ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।